ਮੇਰਾ ਆਪਣਾ ਹੀ ਖੂਨ, ਮੇਰਾ ਖੁਦ ਦਾ ਸਗਾ ਭਰਾ, ਜਿਸ ਦੀ ਇੱਕ ਗਲਤੀ ਦੇ ਕਾਰਨ ਮੈਨੂੰ ਆਪਣੀ ਜ਼ਿੰਦਗੀ ਦੀ ਬਲੀ ਦੇਣੀ ਪਈ। ਤੇ ਮੇਰਾ ਵਿਆਹ ਇੱਕ ਐਸੇ ਇਨਸਾਨ ਦੇ ਨਾਲ ਕਰ ਦਿੱਤਾ ਗਿਆ ਜਿਸ ਦੀਆਂ ਪਹਿਲਾਂ ਤੋਂ ਹੀ 7 ਪਤਨੀਆਂ ਸੀ। ਉਹ ਆਦਮੀ ਕੋਈ ਹੋਰ ਨਹੀਂ ਬਲਕਿ ਇੱਕ ਮੋਟਾ, ਉੱਚਾ, ਲੰਮਾ, ਤਾਕਤਵਰ ਪਹਿਲਵਾਨ ਸੀ ਜਿਸ ਨੇ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਸਤੋ, ਸਾਰੀ ਕਹਾਣੀ ਤੁਹਾਨੂੰ ਮੈਂ ਖੁੱਲ੍ਹ ਕੇ ਦੱਸਦੀ ਹਾਂ। ਮੈਂ ਦੁਲਹਨ ਬਣ ਕੇ ਬੈਠੀ ਸੀ, ਪਰ ਮੇਰੇ ਚਿਹਰੇ 'ਤੇ ਕੋਈ ਖੁਸ਼ੀ, ਕੋਈ ਤਾਜ਼ਗੀ ਨਹੀਂ ਸੀ। ਵਿਆਹ ਲਈ ਦਿਲ ਵਿੱਚੋਂ ਕੋਈ ਉਤਸ਼ਾਹ ਨਹੀਂ ਸੀ। ਮੈਂ ਕਮਰੇ ਵਿੱਚ ਇਕੱਲੀ ਬੈਠੀ ਸੀ। ਮੈਂ ਆਪਣੇ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਿਆ। ਲਾਲ ਰੰਗ ਦੇ ਦੁਲਹਨ ਦੇ ਪਹਿਰਾਵੇ ਵਿੱਚ ਮੇਰਾ ਪਤਲਾ, ਸੁੰਦਰ ਰੂਪ ਅਤੇ ਨਾਜ਼ੁਕ ਸਰੀਰ ਸੀ। ਮੈਂ ਆਪਣੇ ਪਤੀ, ਜੋ ਕਿ 7 ਫੁੱਟ ਤੋਂ ਵੱਧ ਕੱਦ ਵਾਲੇ ਉਸ ਲੰਬੇ, ਮੋਟੇ, ਬਦਸੂਰਤ ਪਹਿਲਵਾਨ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਪਰ ਮੇਰੀ ਬੇਵੱਸੀ ਦੀ ਹੱਦ ਇਹ ਸੀ ਕਿ ਮੈਂ ਉਸ ਦੀ ਦੁਲਹਨ ਬਣ ਗਈ ਸੀ। ਮੇਰੇ ਲਈ ਸਿਰਫ ਇੱਕ ਦਿਨ ਵਿੱਚ ਸਭ ਕੁਝ ਬਦਲ ਗਿਆ ਸੀ। ਮੇਰੀ ਖੁਸ਼ਹਾਲ ਜ਼ਿੰਦਗੀ ਨਰਕ ਵਿੱਚ ਬਦਲ ਗਈ ਸੀ। ਮੈਂ ਅਜੇ ਜਵਾਨੀ ਦੀ ਦਹਲੀਜ਼ 'ਤੇ ਪੈਰ ਹੀ ਰੱਖਿਆ ਸੀ ਕਿ ਉਸ ਜ਼ਾਲਮ ਵਹਿਸ਼ੀ ਦੀ ਨਜ਼ਰ ਮੇਰੀ ਜਵਾਨੀ 'ਤੇ ਪੈ ਗਈ ਅਤੇ ਉਸਨੇ ਮੇਰੀ ਜ਼ਿੰਦਗੀ ਨੂੰ ਨਰਕ ਤੋਂ ਵੀ ਬਦਤਰ ਬਣਾ ਦਿੱਤਾ। ਮੇਰੀ ਅਜੇ ਉਮਰ ਹੀ ਕਿੰਨੀ ਸੀ। ਮੈਂ ਆਪਣੇ 16ਵੇਂ ਸਾਲ ਵਿੱਚ ਪੈਰ ਹੀ ਰੱਖਿਆ ਸੀ। ਆਪਾਂ ਜਿੰਦਾ ਨਹੀਂ ਸਨ। ਘਰ ਵਿੱਚ ਅਸੀਂ 3 ਭੈਣਾਂ ਸੀ। ਮੇਰਾ ਇੱਕ ਭਰਾ ਅਤੇ ਮੇਰੀ ਮਾਂ ਸੀ। ਮੈਂ 3 ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਮੇਰੀਆਂ ਦੋਵੇਂ ਭੈਣਾਂ ਮੈਥੋਂ ਵੱਡੀਆਂ ਸਨ ਤੇ ਵਿਆਹ ਕਰਨ ਜਾ ਰਹੀਆਂ ਸਨ। ਮੇਰੇ ਭਰਾ ਦਾ ਨਾਂ ਜੱਸਾ ਸੀ। ਮੇਰੇ ਉਹ ਆਪਣੇ ਇਲਾਕੇ ਦਾ ਤਕੜਾ ਪਹਿਲਵਾਨ ਸੀ। ਅਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਆਪਣੇ ਪਹਿਲਵਾਨ ਭਰਾ ਦਾ ਮੈਚ ਦੇਖਣ ਗਈ ਸੀ। ਹਜ਼ਾਰਾਂ ਦੀ ਭੀੜ ਇਕੱਠੀ ਸੀ, ਜਿੱਥੇ ਹਰ ਕੋਈ ਆਪਣੇ ਮਨਪਸੰਦ ਪਹਿਲਵਾਨਾਂ ਦੇ ਨਾਅਰੇ ਲਗਾ ਰਿਹਾ ਸੀ। ਮੈਂ ਵੀ ਆਪਣੇ ਦੋਸਤਾਂ ਨਾਲ ਜਾਊਂ, ਜੱਸਾ ਭਰਾ ਦੇ ਨਾਅਰੇ ਲਾਉਣ ਲੱਗ ਪਈ। ਮੈਂ ਘਰ ਵਿੱਚ ਸਭ ਤੋਂ ਛੋਟੀ ਸੀ, ਇਸ ਲਈ ਸਾਰਿਆਂ ਦੀ ਪਿਆਰੀ ਸੀ ਤੇ ਸਭ ਤੋਂ ਵੱਧ ਆਪਣੇ ਭਰਾ ਦੀ। ਉਹ ਮੈਨੂੰ ਪਿਆਰ ਨਾਲ ਲਾਡੋ ਰਾਣੀ ਕਹਿ ਕੇ ਬੁਲਾਉਂਦੇ ਸਨ। ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਸੇ ਪਹਿਲਵਾਨ ਦੀਆਂ ਹਵਸ ਭਰੀਆਂ ਨਜ਼ਰਾਂ ਨੂੰ ਪਸੰਦ ਆ ਜਾਵਾਂਗੀ। ਮੇਰੀ ਜ਼ਿੰਦਗੀ ਦੀ ਕਹਾਣੀ ਤੁਹਾਡੀਆਂ ਅੱਖਾਂ ਨੂੰ ਵੀ ਰਵਾ ਸਕਦੀ ਹੈ। ਪੰਜਾਬ ਦੇ ਵਿੱਚ ਇੱਕ ਅਜਿਹਾ ਪਿੰਡ ਹੈ ਜਿਸ ਦਾ ਨਾਂ ਸੁਣਨ 'ਤੇ ਇੱਥੋਂ ਦੇ ਪਹਿਲਵਾਨ ਇੱਕ-ਇੱਕ ਕਰਕੇ ਦਿਮਾਗ ਵਿੱਚ ਘੁੰਮਣ ਲੱਗਦੇ ਸਨ। ਉਸ ਪਿੰਡ ਨੂੰ ਪਹਿਲਵਾਨਾਂ ਦੇ ਪਿੰਡ ਵਜੋਂ ਵੀ ਜਾਣਿਆ ਜਾਂਦਾ ਹੈ। ਜਦੋਂ ਲੋਕ ਕੁਸ਼ਤੀ ਦਾ ਨਾਮ ਲੈਂਦੇ ਹਨ ਤਾਂ ਉਹਨਾਂ ਦੇ ਮਨ ਵਿੱਚ 2 ਹੀ ਨਾਮ ਆਉਂਦੇ ਹਨ। ਇੱਕ ਦਾ ਨਾਮ ਜੱਸਾ ਪਹਿਲਵਾਨ, ਭਾਵ ਮੇਰਾ ਭਰਾ, ਅਤੇ ਦੂਜੇ ਦਾ ਨਾਮ ਗੰਗੂ ਪਹਿਲਵਾਨ, ਜੋ ਪਹਿਲਵਾਨਾਂ ਦੇ ਪਰਿਵਾਰ ਨਾਲ ਸੰਬੰਧਿਤ ਸੀ। ਗੰਗੂ ਪਹਿਲਵਾਨ ਪੰਜਾਬ ਦੇ ਇੱਕ ਪਿੰਡ ਨਾਲ ਸੰਬੰਧਿਤ ਸੀ। 19 ਸਾਲ ਦੀ ਉਮਰ ਵਿੱਚ ਉਸਨੇ ਹਰਿਆਣਾ ਜ਼ਿਲ੍ਹੇ ਦੇ ਪ੍ਰਸਿੱਧ ਪਹਿਲਵਾਨ ਨੂੰ ਹਰਾ ਕੇ ਆਪਣੀ ਜਿੱਤ ਦੀ ਸ਼ੁਰੂਆਤ ਕੀਤੀ। ਉਸ ਦਾ ਲੰਬਾ ਕੱਦ, ਗੂੜ੍ਹਾ ਰੰਗ ਅਤੇ ਮਜ਼ਬੂਤ ਸਰੀਰ ਸੀ। ਗੰਗੂ ਪਹਿਲਵਾਨ ਆਪਣੇ ਪਿੰਡ ਦੇ ਸਾਰੇ ਪਹਿਲਵਾਨਾਂ ਦੇ ਦਿਲਾਂ 'ਤੇ ਰਾਜ ਕਰਦਾ ਸੀ। ਉਸ ਨੂੰ ਬਚਪਨ ਤੋਂ ਹੀ ਕੁਸ਼ਤੀ ਅਤੇ ਅਖਾੜੇ ਦਾ ਬਹੁਤ ਸ਼ੌਕ ਸੀ ਅਤੇ ਉਹ ਅਖਾੜੇ ਵਿੱਚ ਕਾਬੂ ਤੋਂ ਬਾਹਰ ਹੋ ਜਾਂਦਾ ਸੀ। ਅਖਾੜੇ ਦੀ ਮਿੱਟੀ ਨਾਲ ਆਪਣੇ ਆਪ ਨੂੰ ਲਪੇਟ ਲੈਂਦਾ ਸੀ। ਉਸ ਦਾ ਕੱਦ 7 ਫੁੱਟ 2 ਇੰਚ ਸੀ ਅਤੇ ਉਸ ਦਾ ਭਾਰ ਲਗਭਗ 110 ਕਿਲੋ ਸੀ। ਉਸਨੇ ਸਟੀਲ ਦਾ ਡੋਲੂ ਫੜਿਆ ਹੋਇਆ ਸੀ ਜਿਸ ਵਿੱਚ 2 ਕਿਲੋ ਦੁੱਧ ਸੀ ਤੇ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਲਿਆ ਤੇ 2 ਘੁੱਟਾਂ ਵਿੱਚ ਹੀ ਸਾਰਾ ਦੁੱਧ ਪੀ ਗਿਆ ਤੇ ਫਿਰ ਉਸਨੇ ਡੋਲੂ ਸੁੱਟਿਆ। ਉਸਨੇ ਆਪਣੇ ਹੱਥਾਂ ਨਾਲ ਆਪਣੀਆਂ ਵੱਡੀਆਂ ਮੁੱਛਾਂ 'ਤੇ ਲੱਗਿਆ ਦੁੱਧ ਸਾਫ਼ ਕੀਤਾ। ਉਸ ਆਦਮੀ ਨੂੰ ਆਪਣੇ ਤਕੜੇ ਸਰੀਰ ਅਤੇ ਮੋਟੇ ਪੇਟ 'ਤੇ ਬਹੁਤ ਮਾਣ ਸੀ। ਜੋ ਵੀ ਉਸ ਦੇ ਸਾਹਮਣੇ ਆਉਂਦਾ ਸੀ, ਉਸ ਦੀ ਬਹਾਦਰੀ ਅਤੇ ਦਲੇਰੀ ਦੀ ਤਾਰੀਫ ਕਰਨ ਤੋਂ ਰੋਕ ਨਹੀਂ ਸਕਦਾ ਸੀ। ਇਹੀ ਕਾਰਨ ਸੀ ਕਿ ਜਦੋਂ ਉਹ ਮੈਦਾਨ 'ਚ ਉਤਰਦਾ ਸੀ ਤਾਂ ਕਈ ਪਹਿਲਵਾਨਾਂ ਦੇ ਦਿਲ ਧੜਕਦੇ ਬੰਦ ਹੋ ਜਾਂਦੇ ਸਨ। ਕਮਜ਼ੋਰ ਅਤੇ ਨਵੇਂ ਆਏ ਪਹਿਲਵਾਨ ਗੰਗੂ ਪਹਿਲਵਾਨ ਦੀ ਸਿਹਤ ਦੇਖ ਕੇ ਹੀ ਹੌਸਲੇ ਹਾਰ ਜਾਂਦੇ ਸਨ। ਮੇਰਾ ਭਰਾ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਮੁਕਾਬਲਾ ਕਰਦਾ ਆ ਰਿਹਾ ਸੀ ਅਤੇ ਮੁਕਾਬਲਾ ਅਕਸਰ ਟੱਕਰ ਦਾ ਹੀ ਹੁੰਦਾ ਸੀ। ਪਹਿਲਵਾਨੀ ਅਤੇ ਖਾਣ ਪੀਣ ਤੋਂ ਇਲਾਵਾ ਗੰਗੂ ਪਹਿਲਵਾਨ ਦਾ ਇੱਕ ਹੋਰ ਬਹੁਤ ਹੀ ਖਾਸ ਅਤੇ ਗੰਦਾ ਸ਼ੌਂਕ ਸੀ ਜੋ ਉਸ ਨੂੰ ਹੋਰ ਪਹਿਲਵਾਨਾਂ ਨਾਲੋਂ ਵੱਖਰਾ ਬਣਾ ਦਿੰਦਾ ਸੀ, ਅਤੇ ਉਹ ਸ਼ੌਂਕ ਨੌਜਵਾਨ ਕੁੜੀਆਂ ਨਾਲ ਵਿਆਹ ਕਰਨਾ ਸੀ। ਕਿਉਂਕਿ ਗੰਗੂ ਪਹਿਲਵਾਨ ਨੂੰ ਸਿਰਫ ਮੁਟਿਆਰਾਂ ਹੀ ਪਸੰਦ ਸਨ, ਜਾਂ ਇਸ ਤਰ੍ਹਾਂ ਕਹੋ ਕਿ ਜਿਵੇਂ ਉਹ ਸੁੰਦਰ ਕੁੜੀਆਂ ਨੂੰ ਦੇਖਦਾ ਸੀ
ਉਹ ਸਭ ਕੁਝ ਭੁੱਲ ਜਾਂਦਾ ਸੀ। ਉਹ ਕਿਸੇ ਵੀ ਕੀਮਤ 'ਤੇ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਵਾ ਲੈਂਦਾ ਸੀ। ਮੇਰਾ ਭਰਾ ਜੱਸਾ ਪਹਿਲਵਾਨ ਦੀ ਕੁਸ਼ਤੀ ਵਿੱਚ ਕਿਸੇ ਨਾਲੋਂ ਘੱਟ ਨਹੀਂ ਸੀ। ਗੰਗੂ ਪਹਿਲਵਾਨ ਅਕਸਰ ਆਪਣੇ ਮੁਕਾਬਲੇ ਦੇ ਪਹਿਲਵਾਨਾਂ ਨੂੰ ਲਲਕਾਰਦਾ ਸੀ। ਸ਼ਹਿਰ ਦੇ ਕੁਝ ਲੋਕ ਗੰਗੂ ਪਹਿਲਵਾਨ ਕੋਲ ਗਏ ਅਤੇ ਜੱਸਾ ਪਹਿਲਵਾਨ ਨਾਲ ਮੁਕਾਬਲੇ ਦੀ ਗੱਲ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਸਾਨੂੰ ਪਤਾ ਹੈ ਇਹ ਮੈਚ ਸਿਰਫ ਸਾਡਾ ਗੰਗੂ ਪਹਿਲਵਾਨ ਹੀ ਜਿੱਤੇਗਾ। ਆਪਣੀ ਹੀ ਉਸਤਤ ਦੇ ਹੰਕਾਰ ਵਿੱਚ ਗੰਗੂ ਪਹਿਲਵਾਨ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਅਤੇ ਪਹਿਲਵਾਨ ਨੂੰ ਦੰਗਲ ਲਈ ਤਿਆਰ ਰਹਿਣ ਲਈ ਸੁਨੇਹਾ ਭੇਜਿਆ ਗਿਆ ਅਤੇ ਸ਼ਹਿਰ ਭਰ ਵਿੱਚ ਇਸ ਵੱਡੇ ਦੰਗਲ ਦਾ ਐਲਾਨ ਵੀ ਕੀਤਾ ਗਿਆ। ਦੂਜੇ ਪਾਸੇ ਗੰਗੂ ਭਾਈ ਨੇ ਸੰਦੇਸ਼ ਸੁਣਦੇ ਹੀ ਆਪਣੇ ਆਪ ਨੂੰ ਦੰਗਲ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਗੰਗੂ ਪਹਿਲਵਾਨ ਅਤੇ ਜੱਸਾ ਪਹਿਲਵਾਨ ਵਿਚਕਾਰ ਮੁਕਾਬਲਾ ਤੈਅ ਸੀ। ਇਹ ਮੈਚ 2 ਦਿਨਾਂ ਦਾ ਸੀ। ਇਸ ਮੁਕਾਬਲੇ ਦੀ ਇੱਕ ਬਹੁਤ ਹੀ ਅਜੀਬ ਪਰੰਪਰਾ ਸੀ ਅਤੇ ਉਹ ਇਹ ਸੀ ਕਿ ਜੇਤੂ ਵਿਅਕਤੀ ਪੈਸੇ ਨਹੀਂ ਮੰਗੇਗਾ, ਪਰ ਜੇਤੂ ਆਪਣੀ ਕੋਈ ਵੀ ਸ਼ਰਤ ਪੂਰੀ ਕਰਵਾ ਸਕਦਾ ਸੀ। ਪੂਰੇ ਸ਼ਹਿਰ ਵਿੱਚ ਦੰਗਲ ਦੇ ਪੋਸਟਰ ਲਗਾਏ ਗਏ। ਦੰਗਲ ਦੀਆਂ ਟਿਕਟਾਂ ਤੁਰੰਤ ਵਿਕ ਗਈਆਂ। ਦੰਗਲ ਦੀ ਖਬਰ ਦੂਰ ਦੂਰ ਤੱਕ ਫੈਲ ਗਈ ਸੀ। ਹਰ ਕੋਈ ਮੈਚ ਦੇਖਣ ਲਈ ਉਤਾਵਲਾ ਸੀ। ਬਦਾਮਾਂ ਦੀਆਂ ਬੋਰੀਆਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਦੋਵੇਂ ਪਹਿਲਵਾਨ ਮੁਕਾਬਲੇ ਦੀ ਤਿਆਰੀ ਵਿੱਚ ਰੁੱਝ ਗਏ। ਦੋਵੇਂ ਸ਼ਹਿਰਾਂ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਸਨ। ਇੱਕ ਬਹੁਤ ਹੀ ਖਾਸ ਅਖਾੜੇ ਲਈ ਸ਼ਾਹੀ ਪ੍ਰਬੰਧ ਕੀਤੇ ਗਏ ਸਨ। ਇਸ ਅਖਾੜੇ ਨੂੰ ਦੇਖਣ ਲਈ ਦੂਰੋਂ ਦੂਰੋਂ ਕੁਸ਼ਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਇਕੱਠੇ ਹੋ ਰਹੇ ਸਨ। ਮੈਂ ਵੀ ਆਪਣੇ ਦੋਸਤਾਂ ਨਾਲ ਸਵੇਰੇ ਸਵੇਰੇ ਉੱਥੇ ਪਹੁੰਚ ਗਈ ਕਿਉਂਕਿ ਮੈਂ ਅਗਲੀ ਸੀਟ 'ਤੇ ਬੈਠ ਕੇ ਮੁਕਾਬਲਾ ਦੇਖਣਾ ਚਾਹੁੰਦੀ ਸੀ। ਲੜਕੀਆਂ ਅਤੇ ਔਰਤਾਂ ਦੇ ਬੈਠਣ ਦਾ ਵੱਖਰਾ ਪ੍ਰਬੰਧ ਵੀ ਕੀਤਾ ਗਿਆ ਸੀ। ਮੈਂ ਸੋਚਿਆ ਸੀ ਕਿ ਮੈਂ ਪਹਿਲਾਂ ਉੱਥੇ ਪਹੁੰਚਾਂਗੀ, ਪਰ ਉੱਥੇ ਔਰਤਾਂ ਦੀ ਭੀੜ ਇਕੱਠੀ ਹੋ ਗਈ ਸੀ। ਇਸ ਤੋਂ ਪਹਿਲਾਂ ਕਿ ਮੈਂ ਔਰਤਾਂ ਦੀ ਭੀੜ ਵਿੱਚ ਪ੍ਰਵੇਸ਼ ਕਰਦੀ, ਤੇਜ਼ ਤੁਰਨ ਕਾਰਨ ਮੈਂ ਇੱਕ ਭਾਰੀ ਸਰੀਰ ਨਾਲ ਟਕਰਾ ਗਈ। ਮੈਨੂੰ ਲੱਗਾ ਜਿਵੇਂ ਮੇਰਾ ਸਿਰ ਕਿਸੇ ਖੰਭੇ ਨਾਲ ਟਕਰਾ ਗਿਆ ਹੋਵੇ। ਮੇਰਾ ਪੂਰਾ ਸਿਰ ਘੁੰਮ ਰਿਹਾ ਸੀ ਅਤੇ ਕੁਝ ਪਲਾਂ ਲਈ ਮੈਨੂੰ ਲੱਗਾ ਜਿਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਤਾਰੇ ਘੁੰਮ ਰਹੇ ਹੋਣ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਅੱਗੇ ਦੇਖਿਆ ਕਿ ਇੱਕ ਬਿਨਾਂ ਕਮੀਜ਼ ਤੋਂ ਵੱਡਾ ਮੋਟਾ ਬਦਸੂਰਤ ਸਰੀਰ ਸੀ। ਜਦੋਂ ਮੈਂ ਗੰਗੂ ਪਹਿਲਵਾਨ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਮੈਂ ਡਰ ਗਈ ਅਤੇ ਪਿੱਛੇ ਹਟ ਗਈ। ਉਸ ਦੀਆਂ ਨਜ਼ਰਾਂ ਮੇਰੇ 'ਤੇ ਹੀ ਟਿਕੀਆਂ ਹੋਈਆਂ ਸਨ। ਉਸਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਬੜੇ ਧਿਆਨ ਨਾਲ ਦੇਖਿਆ। ਪਤਾ ਨਹੀਂ ਉਸ ਦੀਆਂ ਅੱਖਾਂ ਵਿੱਚ ਅਜਿਹਾ ਕੀ ਸੀ ਜਿਸ ਕਾਰਨ ਮੈਂ ਕੰਬਣ ਲੱਗੀ। ਮੈਂ ਡਰ ਗਈ ਅਤੇ ਜਲਦੀ ਨਾਲ ਆਪਣਾ ਰਸਤਾ ਬਦਲਣਾ ਚਾਹੁੰਦੀ ਸੀ, ਪਰ ਉਹ ਮੇਰੇ ਸਾਹਮਣੇ ਖੜਾ ਸੀ, ਸ਼ਰਾਰਤੀ ਢੰਗ ਨਾਲ ਹੱਸਦਾ ਹੋਇਆ। ਆਪਣੀਆਂ ਮੁੱਛਾਂ 'ਤੇ ਹੱਥ ਫੇਰ ਕੇ ਮੈਨੂੰ ਪੁੱਛਣ ਲੱਗਾ ਕਿ ਕੀ ਤੂੰ ਜੱਸਾ ਪਹਿਲਵਾਨ ਦੀ ਭੈਣ ਹੈ? ਮੈਂ ਹਾਂ ਵਿੱਚ ਸਿਰ ਹਿਲਾਇਆ ਅਤੇ ਉਹ ਹੱਸਣ ਲੱਗ ਪਿਆ। ਉਸਨੇ ਕਿਹਾ ਕਿ ਤੂੰ ਬਹੁਤ ਸੁੰਦਰ ਹੈ। ਉਸ ਦੀ ਗੱਲ ਸੁਣ ਕੇ ਮੈਂ ਉਸ ਵੱਲ ਨਫ਼ਰਤ ਨਾਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹੀ ਹਵਸ ਸੀ। ਮੈਂ ਕਿਹਾ ਰਸਤਾ ਛੱਡੋ, ਮੈਂ ਸਭ ਤੋਂ ਅੱਗੇ ਜਾਣਾ ਹੈ, ਮੈਨੂੰ ਜਗ੍ਹਾ ਨਹੀਂ ਮਿਲੇਗੀ। ਮੇਰੀ ਗੱਲ ਸੁਣ ਕੇ ਉਹ ਥੋੜ੍ਹਾ ਜਿਹਾ ਹੈਰਾਨ ਹੋਇਆ, ਪਰ ਫਿਰ ਵੀ ਹੱਸਣ ਲੱਗ ਪਿਆ। ਉਸਨੇ ਕਿਹਾ ਕਿ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਲਈ ਇੱਕ ਵਿਸ਼ੇਸ਼ ਕੁਰਸੀ ਰਖਵਾ ਦੇਵਾਂ। ਮੈਨੂੰ ਉਸ ਦੀ ਇਹ ਗੱਲ ਠੀਕ ਨਹੀਂ ਲੱਗੀ। ਫਿਰ ਮੈਂ ਚੁੱਪਚਾਪ ਬਿਨਾਂ ਬੋਲੇ ਦੂਰ ਜਾ ਕੇ ਆਪਣੇ ਦੋਸਤਾਂ ਨਾਲ ਬੈਠ ਗਈ। ਉਹ ਵੀ ਹੱਸਦਾ ਹੋਇਆ ਚਲਾ ਗਿਆ। ਅਖਾੜਾ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਪਹਿਲਵਾਨਾਂ ਵਿਚਕਾਰ ਇਹ ਫੈਸਲਾ ਹੋ ਗਿਆ ਕਿ ਜੋ ਜਿੱਤੇਗਾ ਉਹ ਹਾਰਨ ਵਾਲੇ ਕੋਲੋਂ ਕੁਝ ਵੀ ਮੰਗੇਗਾ ਅਤੇ ਹਾਰਨ ਵਾਲੇ ਨੂੰ ਜੇਤੂ ਦੀਆਂ ਸ਼ਰਤਾਂ ਹਰ ਕੀਮਤ 'ਤੇ ਮੰਨਣੀਆਂ ਪੈਣਗੀਆਂ। ਦੋਵਾਂ ਪਹਿਲਵਾਨਾਂ ਨੇ ਸ਼ਰਤ ਮੰਨ ਲਈ ਅਤੇ ਸ਼ਾਮ 4 ਵਜੇ ਦੇ ਕਰੀਬ ਦੋਵੇਂ ਪਹਿਲਵਾਨ ਲੱਕ ਬੰਨ੍ਹ ਕੇ ਅਖਾੜੇ ਵਿੱਚ ਦਾਖਲ ਹੋਏ। ਗੰਗੂ ਪਹਿਲਵਾਨ ਜੱਸਾ ਭਾਈ ਨਾਲੋਂ ਬਹੁਤ ਭਾਰਾ ਸੀ। ਜਿਵੇਂ ਹੀ ਕੁਸ਼ਤੀ ਸ਼ੁਰੂ ਹੋਈ ਤਾਂ ਗੰਗੂ ਅਤੇ ਜੱਸੇ ਭਾਈ ਦੀ ਲੜਾਈ ਸ਼ੁਰੂ ਹੋ ਗਈ। ਗੰਗੂ ਪਹਿਲਵਾਨ ਜੱਸੇ ਪਹਿਲਵਾਨ ਦੇ ਪਹਿਲੇ ਹਮਲੇ ਤੋਂ ਘਬਰਾ ਗਿਆ ਅਤੇ ਦੂਰ ਜਾ ਕੇ ਡਿੱਗਾ। ਗੰਗੂ ਪਹਿਲਵਾਨ ਨੇ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਸੀ। ਗੰਗੂ ਨੂੰ ਹਾਰਦਾ ਦੇਖ ਕੇ ਜੱਸਾ ਪਹਿਲਵਾਨ ਬਹੁਤ ਜੋਸ਼ ਵਿੱਚ ਆ ਗਿਆ। ਜੱਸੇ ਪਹਿਲਵਾਨ ਨੇ ਹਮਲੇ ਵਿੱਚ ਪਹਿਲਾਂ ਹੀ ਆਪਣੀ ਹਿੰਮਤ ਦਿਖਾ ਦਿੱਤੀ ਸੀ। ਸ਼ਰਮ ਦੇ ਇਸ ਦਾਗ ਨੂੰ ਧੋਣ ਲਈ ਗੰਗੂ ਨੂੰ ਕਿਸੇ ਵੀ ਕੀਮਤ 'ਤੇ ਇਸ ਮੈਚ ਨੂੰ ਜਿੱਤਣਾ ਚਾਹੁੰਦਾ ਸੀ। ਗੰਗੂ ਕਾਹਲੀ ਵਿੱਚ ਕੋਈ ਗਲਤ ਕਦਮ ਨਹੀਂ ਚੁੱਕਣਾ ਚਾਹੁੰਦਾ ਸੀ। ਕੁਸ਼ਤੀ ਦੇ ਕੁਝ ਸਮੇਂ ਬਾਅਦ ਜੱਸੇ ਪਹਿਲਵਾਨ ਨੇ ਬਾਜੀ ਮਾਰ ਲਈ। 40 ਮਿੰਟ ਦੇ ਲਗਾਤਾਰ ਸੰਘਰਸ਼ ਤੋਂ ਬਾਅਦ ਜੱਸੇ ਪਹਿਲਵਾਨ ਨੇ ਗੰਗੂ ਪਹਿਲਵਾਨ ਨੂੰ ਹਰਾਇਆ। ਗੰਗੂ ਪਹਿਲਵਾਨ ਆਪਣੀ ਹਾਰ ਤੋਂ ਬਹੁਤ ਦੁਖੀ ਸੀ। ਗੰਗੂ ਪਹਿਲਵਾਨ ਦੇ ਪ੍ਰਸ਼ੰਸਕ ਉਸ ਨੂੰ ਦਿਲਾਸਾ ਦੇਣ ਲੱਗੇ। ਉਹਨਾਂ ਨੇ ਕਿਹਾ, ਹੌਸਲਾ ਨਾ ਹਾਰੋ, ਤੁਸੀਂ ਸਾਡੇ ਪਹਿਲਵਾਨ ਬਣੋਗੇ ਅਤੇ ਕੁਸ਼ਤੀ ਦਾ ਇੱਕ ਦਿਨ ਹੋਰ ਬਾਕੀ ਹੈ। ਦੇਖੋ ਤੁਸੀਂ ਜਿੱਤੋਗੇ।
ਆਪਣੀ ਹਾਰ ਦੇ ਦਾਗ ਨੂੰ ਧੋਣ ਲਈ ਗੰਗੂ ਪਹਿਲਵਾਨ ਨੇ ਅਗਲੇ ਹੀ ਦਿਨ ਜੋਸ਼ ਨਾਲ ਅਖਾੜੇ ਵਿੱਚ ਉਤਰ ਗਿਆ। ਉਸਨੇ ਹੁਣ ਤੱਕ ਕਈ ਪਹਿਲਵਾਨਾਂ ਨੂੰ ਹਰਾਇਆ ਸੀ। ਅੱਜ ਗੰਗੂ ਪਹਿਲਵਾਨ ਬਹੁਤ ਜੋਸ਼ ਵਿੱਚ ਸੀ, ਇਸ ਲਈ ਉਸਨੇ ਦੂਜਾ ਮੈਚ ਜਿੱਤ ਲਿਆ। ਦੋਵਾਂ ਵਿਚਾਲੇ ਮੈਚ ਟਾਈ ਰਹਾ, ਇਸ ਲਈ ਆਖਰੀ ਮੈਚ ਅਗਲੇ ਦਿਨ ਸੀ। ਅੱਜ ਕੁਸ਼ਤੀ ਮੈਚ ਦਾ ਫੈਸਲਾ ਹੋਣਾ ਸੀ ਤੇ ਗੰਗੂ ਪਹਿਲਵਾਨ ਆਪਣਾ ਨੱਕ ਨਹੀਂ ਕਟਵਾਉਣਾ ਚਾਹੁੰਦਾ ਸੀ। ਅਖਾੜੇ ਦਾ ਸਮਾਂ ਸ਼ੁਰੂ ਹੋਣ ਵਾਲਾ ਸੀ। ਇੱਕ ਇੱਕ ਕਰਕੇ ਸਾਰੇ ਲੋਕ ਇਕੱਠੇ ਹੋਣ ਲੱਗੇ। ਜੱਸਾ ਭਾਈ ਵੀ ਅਖਾੜੇ ਵਿੱਚ ਆ ਗਿਆ ਸੀ। ਦੋਵੇਂ ਇੱਕ ਦੂਜੇ ਦੇ ਸਾਹਮਣੇ ਮਜ਼ਬੂਤੀ ਨਾਲ ਖੜੇ ਸਨ। ਕੁਸ਼ਤੀ ਸ਼ੁਰੂ ਹੋ ਗਈ। ਦੋਵਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਅਖਾੜਾ ਹਰ ਬੀਤਦੇ ਪਲ ਨਾਲ ਹੋਰ ਵੀ ਖਤਰਨਾਕ ਅਤੇ ਦਿਲਚਸਪ ਹੁੰਦਾ ਜਾ ਰਿਹਾ ਸੀ। ਦੰਗਲ ਦੇ ਤੀਜੇ ਅਤੇ ਆਖਰੀ ਪੜਾਅ ਵਿੱਚ ਗੰਗੂ ਪਹਿਲਵਾਨ ਨੇ ਜੱਸੇ ਪਹਿਲਵਾਨ ਦਾ ਗਲਾ ਦਬਾ ਦਿੱਤਾ ਸੀ, ਜਿਸ ਕਾਰਨ ਜੱਸੇ ਪਹਿਲਵਾਨ ਦੀ ਗਰਦਨ ਵਿੱਚ ਤੇਜ਼ ਦਰਦ ਸੀ ਅਤੇ ਉਹ ਹੁਣ ਖੇਡਣ ਦੇ ਯੋਗ ਨਹੀਂ ਸੀ। ਆਖਰਕਾਰ ਗੰਗੂ ਪਹਿਲਵਾਨ ਨੇ ਇਹ ਲੜਾਈ ਜਿੱਤ ਲਈ ਸੀ। ਭੀੜ ਵਿੱਚ ਹਰ ਪਾਸੇ ਖੁਸ਼ੀ ਸੀ। ਗੰਗੂ ਪਹਿਲਵਾਨ ਹੰਕਾਰ ਨਾਲ ਫੁੱਲ ਗਿਆ ਸੀ। ਮੇਰਾ ਦਿਲ ਟੁੱਟ ਕੇ ਰਹਿ ਗਿਆ। ਮੈਂ ਆਪਣੇ ਭਰਾ ਨੂੰ ਗੰਗੂ ਪਹਿਲਵਾਨ ਅੱਗੇ ਮੱਥਾ ਟੇਕਦਾ ਬਿਲਕੁਲ ਵੀ ਨਹੀਂ ਦੇਖਣਾ ਚਾਹੁੰਦੀ ਸੀ। ਖੇਡ ਦੀਆਂ ਸ਼ਰਤਾਂ ਅਨੁਸਾਰ ਹਾਰਨ ਵਾਲੇ ਨੂੰ ਜਿੱਤਣ ਵਾਲੇ ਨੇ ਜੋ ਕਿਹਾ ਸੀ ਉਸ ਨੂੰ ਸਵੀਕਾਰ ਕਰਨਾ ਪੈਣਾ ਸੀ। ਦੋਵੇਂ ਪਹਿਲਵਾਨ ਇੱਕ ਦੂਜੇ ਦੇ ਆਮੋ ਸਾਹਮਣੇ ਆ ਗਏ। ਜੱਸਾ ਭਰਾ ਹਾਰ ਕਾਰਨ ਅੱਖਾਂ ਨਹੀਂ ਮਿਲਾ ਸਕਿਆ। ਗੰਗੂ ਨੇ ਸਾਰੀ ਭੀੜ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਸ਼ਰਤ ਅਨੁਸਾਰ ਮੈਂ ਜੱਸੇ ਤੋਂ ਇੱਕ ਗੱਲ ਮਨਵਾ ਸਕਦਾ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਦੋ ਹੀ ਸ਼ੌਂਕ ਹਨ, ਪਹਿਲਵਾਨੀ ਅਤੇ ਮੁਟਿਆਰਾਂ ਨਾਲ ਵਿਆਹ ਕਰਵਾਉਣਾ। ਜੱਸਾ ਭਾਈ ਹੈਰਾਨ ਰਹਿ ਗਿਆ ਕਿ ਇੱਥੇ ਇਹ ਗੱਲ ਕਰਨ ਦਾ ਮਕਸਦ ਕੀ ਸੀ। ਖੈਰ, ਗੰਗੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜੱਸੇ ਪਹਿਲਵਾਨ ਨੇ ਅੱਜ ਮੇਰੀ ਸ਼ਰਤ ਮੰਨਣੀ ਹੈ, ਤਾਂ ਗੱਲ ਇਹ ਹੈ ਕਿ ਜੱਸੇ ਪਹਿਲਵਾਨ ਦੀਆਂ 3 ਭੈਣਾਂ ਹਨ, ਜਿਨ੍ਹਾਂ ਵਿੱਚੋਂ ਮੈਂ ਸਭ ਤੋਂ ਛੋਟੀ ਭੈਣ ਦਾ ਰਿਸ਼ਤਾ ਚਾਹੁੰਦਾ ਹਾਂ। ਇਹ ਸੁਣ ਕੇ ਮੇਰਾ ਭਰਾ ਬਹੁਤ ਪਰੇਸ਼ਾਨ ਹੋ ਗਿਆ। ਮੈਂ ਸਾਹ ਲੈਣਾ ਹੀ ਭੁੱਲ ਗਈ। ਉਸ ਵਿਅਕਤੀ ਦੀ ਉਮਰ 42 ਸਾਲ ਦੇ ਕਰੀਬ ਸੀ ਅਤੇ ਮੇਰੀ ਉਮਰ ਸਿਰਫ 18 ਸਾਲ ਸੀ। ਸਾਰੀ ਭੀੜ ਦੇ ਸਾਹਮਣੇ ਜੱਸਾ ਭਰਾ ਨੇ ਵਾਅਦਾ ਕੀਤਾ ਸੀ ਕਿ ਜੋ ਵੀ ਸ਼ਰਤ ਹੋਵੇਗੀ ਉਹ ਮੰਨੇਗਾ। ਇਹ ਸੁਣ ਕੇ ਸਾਰੀ ਭੀੜ ਚੁੱਪ ਹੋ ਗਈ। ਪਹਿਲਾਂ ਕਦੇ ਕਿਸੇ ਪਹਿਲਵਾਨ ਨੇ ਅਜਿਹੀ ਸ਼ਰਤ ਨਹੀਂ ਰੱਖੀ ਸੀ। ਮੇਰਾ ਨਾਮ ਸੁਣ ਕੇ ਮੇਰੇ ਭਰਾ ਨੂੰ ਗੁੱਸਾ ਆ ਗਿਆ। ਗੰਗੂ ਪਹਿਲਵਾਨ ਨੂੰ ਗਲੇ ਤੋਂ ਫੜ ਕੇ ਕਿਹਾ, ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਦਾ ਨਾਂ ਲੈਣ ਦੀ? ਮੇਰੀ ਭੈਣ ਇਸ ਸ਼ਰਤ ਦਾ ਹਿੱਸਾ ਨਹੀਂ ਹੈ। ਗੰਗੂ ਨੇ ਝਟਕੇ ਨਾਲ ਆਪਣੇ ਆਪ ਨੂੰ ਛੁਡਾਇਆ ਅਤੇ ਕਿਹਾ ਕਿ ਜਦੋਂ ਉਹ ਸ਼ਰਤ ਪੂਰੀ ਨਹੀਂ ਕਰ ਸਕਦਾ ਸੀ ਤਾਂ ਮੇਰੇ ਨਾਲ ਮੁਕਾਬਲਾ ਕਰਨ ਲਈ ਸ਼ਰਤ ਲਗਾਉਣ ਦੀ ਕੀ ਲੋੜ ਸੀ। ਅੱਜ ਤੱਕ ਜੋ ਵੀ ਸ਼ਰਤ ਰੱਖੀ ਜਾਂਦੀ ਹੈ, ਦੂਜਾ ਬੰਦਾ ਉਸ ਸ਼ਰਤ ਨੂੰ ਮੰਨਣ ਲਈ ਪਾਬੰਦ ਹੁੰਦਾ ਹੈ। ਜੇ ਉਹ ਜਿੱਤ ਕੇ ਮੇਰੇ ਤੋਂ ਮੇਰੀ ਭੈਣ ਦਾ ਰਿਸ਼ਤਾ ਮੰਗਦਾ ਤਾਂ ਮੈਂ ਇਹ ਦੰਗਲ ਨਾ ਕਰਦਾ। ਫਿਰ ਗੰਗੂ ਪਹਿਲਵਾਨ ਕਹਿਣ ਲੱਗਾ, ਮੈਂ ਆਪਣੀ ਜ਼ੁਬਾਨ ਨੂੰ ਪੂਰਾ ਕਰਨਾ ਜਾਣਦਾ ਹਾਂ। ਲੋਕ ਮੇਰੇ ਭਰਾ ਦੇ ਖਿਲਾਫ ਗੱਲਾਂ ਕਰਨ ਲੱਗੇ। ਇਹ ਦੁਨੀਆ ਬੜੀ ਜ਼ਾਲਮ ਹੈ। ਦੂਸਰਿਆਂ ਦਾ ਤਮਾਸ਼ਾ ਦੇਖ ਕੇ ਲੋਕਾਂ ਨੂੰ ਬਹੁਤ ਮਜ਼ਾ ਆਉਂਦਾ ਹੈ। ਹਾਲਾਂਕਿ ਪੂਰਾ ਪਿੰਡ ਗੰਗੂ ਪਹਿਲਵਾਨ ਦੇ ਨਾਬਾਲਗ ਲੜਕੀ ਨਾਲ ਵਿਆਹ ਕਰਨ ਦੇ ਫੈਸਲੇ ਦੇ ਖਿਲਾਫ ਸੀ। ਹੁਣ ਤੱਕ ਉਹ 7 ਵਿਆਹ ਕਰ ਚੁੱਕਾ ਸੀ। ਇਸ ਕਾਰਨ ਹਰ ਕੋਈ ਇਸ ਦੇ ਵਿਰੁੱਧ ਸੀ, ਪਰ ਅੱਜ ਸਭ ਚੁੱਪ ਸਨ। ਮੇਰਾ ਭਰਾ ਕੀ ਕਰਦਾ? ਉਹ ਚੁੱਪਚਾਪ ਉੱਥੇ ਖੜਾ ਸੀ ਤੇ ਮੈਂ ਵੀ ਲਾਸ਼ ਵਾਂਗ ਖੜੀ ਸੀ। ਭਾਈ ਕੁਝ ਨਾ ਕਹਿ ਸਕਿਆ ਅਤੇ ਖਾੜਾ ਛੱਡ ਕੇ ਬਾਹਰ ਚਲਾ ਗਿਆ। ਮੈਂ ਵੀ ਭਾਰੇ ਕਦਮਾਂ ਨਾਲ ਘਰ ਵੱਲ ਤੁਰ ਪਈ। ਮਨ ਹੀ ਮਨ ਆਪਣੇ ਆਪ ਨੂੰ ਹੀ ਕੋਸ ਰਹੀ ਸੀ ਕਿ ਮੈਂ ਉਸ ਬੰਦੇ ਨਾਲ ਕਿਉਂ ਟਕਰਾਈ। ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੋ ਰਿਹਾ ਸੀ। ਉਹ ਕਿੰਨਾ ਬੇਸ਼ਰਮ ਬੰਦਾ ਸੀ। ਉਸ ਦੀਆਂ ਪਹਿਲਾਂ ਹੀ 6 ਪਤਨੀਆਂ ਸਨ ਅਤੇ ਜੋ ਧੀ ਉਸ ਦੀ ਪਹਿਲੀ ਪਤਨੀ ਤੋਂ ਸੀ, ਉਹ ਮੇਰੇ ਨਾਲੋਂ 2 ਸਾਲ ਵੱਡੀ ਸੀ। ਜਦੋਂ ਮੈਂ ਰੋਂਦੀ ਹੋਈ ਘਰ ਪਹੁੰਚੀ ਤਾਂ ਮੰਮੀ ਮੇਰੇ ਸਾਹਮਣੇ ਖੜੀ ਸੀ। ਮੈਨੂੰ ਰੋਂਦਾ ਦੇਖ ਕੇ ਉਸਨੇ ਕਿਹਾ, ਤੂੰ ਕਿਉਂ ਰੋ ਰਹੀ ਹੈ? ਕੋਈ ਫਰਕ ਨਹੀਂ ਪੈਂਦਾ ਕਿ ਉਹ ਹਾਰ ਗਿਆ, ਅਗਲੀ ਵਾਰ ਜਿੱਤਣਗੇ। ਹੁਣ ਮੰਮੀ ਨੂੰ ਕੀ ਕਹਾਂ? ਇਸ ਵਾਰ ਭਰਾ ਨੇ ਮੈਨੂੰ ਕੁਸ਼ਤੀ ਦੇ ਨਾਲ ਹਰਾਇਆ ਹੈ। ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਭਰਾ ਘਰ ਪਹੁੰਚਿਆ ਤਾਂ ਮੰਮੀ ਨੂੰ ਮੇਰੇ ਬਾਰੇ ਪੁੱਛਣ ਲੱਗਾ, ਕਿਉਂਕਿ ਉਹ ਜਾਣਦਾ ਸੀ ਕਿ ਮੈਂ 3 ਦਿਨਾਂ ਤੋਂ ਲਗਾਤਾਰ ਉਸ ਦੀ ਕੁਸ਼ਤੀ ਦੇਖਣ ਜਾ ਰਹੀ ਸੀ ਅਤੇ ਅੱਜ ਉੱਥੇ ਹੋਣ ਵਾਲੇ ਫੈਸਲੇ ਬਾਰੇ ਵੀ ਮੈਂ ਸੁਣ ਲਿਆ ਹੈ। ਉਹ ਮੇਰੇ ਕਮਰੇ ਵਿੱਚ ਆਇਆ। ਮੈਨੂੰ ਰੋਂਦਾ ਦੇਖ ਕੇ ਉਸ ਦੀਆਂ ਅੱਖਾਂ ਵੀ ਭਰ ਆਈਆਂ। ਮੈਂ ਆਪਣੇ ਭਰਾ ਦੀ ਛਾਤੀ ਨਾਲ ਲੱਗ ਕੇ ਰੋ ਰਹੀ ਸੀ। ਉਹ ਬੜਾ ਉਦਾਸ ਹੋ ਕੇ ਕਹਿਣ ਲੱਗਾ, ਖੇਡ ਤੋਂ ਪਹਿਲਾਂ ਇਹ ਤੈਅ ਸੀ ਕਿ ਹਾਰਨ ਵਾਲਾ ਜਿੱਤਣ ਵਾਲੇ ਦੀ ਹਰ ਗੱਲ ਮੰਨੇਗਾ। ਜਿੱਤਣ ਵਾਲੇ ਨੇ ਜੋ ਵੀ ਕਿਹਾ ਉਹ ਹਾਰਨ ਵਾਲੇ ਨੂੰ ਕਰਨਾ ਪਵੇਗਾ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਤੋਂ ਮੇਰੀ ਜਾਨ ਹੀ ਮੰਗ ਲਵੇਗਾ।
ਇਹ ਕਹਿ ਕੇ ਜੱਸਾ ਭਾਈ ਚੁੱਪ ਹੋ ਗਿਆ ਅਤੇ ਅੱਗੇ ਕੁਝ ਕਹਿਣ ਦੀ ਹਿੰਮਤ ਨਾ ਪਈ। ਖਾੜੇ ਵਿੱਚ ਹੋ ਰਹੇ ਇਸ ਫੈਸਲੇ ਤੋਂ ਮੇਰੇ ਭਰਾ ਦਾ ਅਤੇ ਮੇਰਾ ਬੁਰਾ ਹਾਲ ਸੀ, ਪਰ ਮੈਂ ਕੁਝ ਨਾ ਕਿਹਾ ਅਤੇ ਆਪਣੇ ਭਰਾ ਦੇ ਅੱਗੇ ਸਿਰ ਝੁਕਾ ਲਿਆ। ਹੰਝੂਆਂ ਉੱਤੇ ਕਿਸੇ ਦਾ ਵਸ ਨਹੀਂ ਹੁੰਦਾ। ਮੇਰੀਆਂ ਅੱਖਾਂ ਵਹਿ ਰਹੀਆਂ ਸਨ ਅਤੇ ਮੇਰਾ ਭਰਾ ਵੀ ਰੋ ਰਿਹਾ ਸੀ। ਮੇਰੇ ਹੋਣਹਾਰ ਭਲਵਾਨ ਦੀਆਂ ਅੱਖਾਂ ਵਿੱਚ ਅੱਜ ਜਦੋਂ ਮੈਂ ਹੰਝੂ ਵੇਖੇ ਤਾਂ ਮੇਰਾ ਦਿਲ ਹੋਰ ਵੀ ਦੁਖੀ ਹੋਇਆ। ਗੰਗੂ 42 ਸਾਲਾਂ ਦਾ ਸੀ। ਉਹ ਐਆਸ਼ੀ ਵਾਲੀ ਜ਼ਿੰਦਗੀ ਜੀਣ ਵਾਲਾ ਬੰਦਾ ਸੀ ਅਤੇ ਹਮੇਸ਼ਾ ਤੋਂ ਛੋਟੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਦਾ ਸ਼ੌਕੀਨ ਸੀ। ਜਿੱਥੇ ਵੀ ਉਸਨੂੰ ਕੋਈ ਕੁੜੀ ਪਸੰਦ ਆਉਂਦੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਨਾਲ ਵਿਆਹ ਕਰਵਾ ਲੈਂਦਾ ਸੀ। ਹਰ ਕੋਈ ਆਪਣੀ ਧੀ ਨੂੰ ਉਸ ਤੋਂ ਦੂਰ ਰੱਖਦਾ ਸੀ। ਉਸ ਦੀਆਂ ਪਹਿਲਾਂ ਹੀ 7 ਪਤਨੀਆਂ ਸਨ। ਉਹਨਾਂ ਵਿੱਚੋਂ 4 ਪਤਨੀਆਂ ਦੀ ਉਮਰ ਬਹੁਤ ਛੋਟੀ ਸੀ। ਉਹ ਬਹੁਤ ਸਖਤ ਸੁਭਾਅ ਦਾ ਸੀ ਅਤੇ ਆਪਣੇ ਸਖਤ ਸੁਭਾਅ ਦੀ ਆਦਤ ਕਾਰਨ ਆਪਣੀਆਂ ਪਤਨੀਆਂ 'ਤੇ ਬਹੁਤ ਰੋਅਬ ਝਾੜਦਾ ਸੀ। ਇਹੀ ਕਾਰਨ ਸੀ ਕਿ ਉਹ ਆਪਣੇ ਤੋਂ ਛੋਟੀ ਉਮਰਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਲੈਂਦਾ ਸੀ। ਸਾਰਾ ਇਲਾਕਾ ਜਾਣਦਾ ਸੀ ਕਿ ਉਹ ਆਪਣੀ ਪਤਨੀਆਂ ਨੂੰ ਆਪਣੀ ਜੁੱਤੀ ਸਮਝਦਾ ਸੀ। ਸਭ ਕੁਝ ਜਾਣਦੇ ਹੋਏ ਵੀ ਮੇਰੇ ਲਈ ਵਿਆਹ ਲਈ ਰਾਜ਼ੀ ਹੋਣਾ ਬਹੁਤ ਔਖਾ ਸੀ। ਇਸ ਤੋਂ ਇਲਾਵਾ ਮੇਰੀਆਂ 2 ਵੱਡੀਆਂ ਭੈਣਾਂ ਵੀ ਸਨ। ਮੈਂ ਉਹਨਾਂ ਦੇ ਬਾਰੇ ਵੀ ਸੋਚਣਾ ਸੀ। ਛੋਟੀ ਭੈਣ ਦੇ ਵਿਆਹ ਤੋਂ ਬਾਅਦ ਕੋਈ ਵੱਡੀਆਂ ਭੈਣਾਂ ਨਾਲ ਵਿਆਹ ਕਿਉਂ ਕਰਦਾ? ਉਹ ਘਰ ਬੈਠੀਆਂ ਹੀ ਰਹਿ ਜਾਂਦੀਆਂ। ਬਹੁਤ ਸਾਰੇ ਵਿਚਾਰ ਸਨ ਜੋ ਮੈਨੂੰ ਪਰੇਸ਼ਾਨ ਕਰ ਰਹੇ ਸਨ, ਪਰ ਜੇ ਮੈਂ ਕਰਦੀ ਤਾਂ ਮੈਂ ਕੀ ਕਰਦੀ? ਮੈਨੂੰ ਆਪਣੇ ਭਰਾ ਲਈ ਕਿਸੇ ਵੀ ਕੀਮਤ 'ਤੇ ਇਹ ਕੁਰਬਾਨੀ ਕਰਨੀ ਪਈ। ਮੇਰੇ ਇਨਕਾਰ ਨੇ ਮੇਰੇ ਭਰਾ ਦਾ ਸਿਰ ਝੁਕਾ ਦੇਣਾ ਸੀ। ਪਹਿਲੀ ਹਾਰ ਦੀ ਬਦਨਾਮੀ ਅਤੇ ਉਸ ਤੋਂ ਬਾਅਦ ਸ਼ਰਤ ਨਾ ਮੰਨਣ ਦੀ ਬਦਨਾਮੀ ਮੇਰੇ ਭਰਾ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦੇਣਾ ਸੀ। ਅੱਜ ਤੱਕ ਮੇਰੇ ਭਰਾ ਦੇ ਮੂੰਹੋਂ ਜੋ ਵੀ ਨਿਕਲਿਆ ਉਹ ਪੂਰਾ ਹੋਇਆ ਸੀ। ਪਹਿਲਵਾਨਾਂ ਦੀ ਜ਼ੁਬਾਨ ਪੱਥਰ ਵਰਗੀ ਹੁੰਦੀ ਹੈ ਅਤੇ ਮੇਰੇ ਭਰਾ ਨੇ ਸਾਰੀ ਭੀੜ ਦੇ ਸਾਹਮਣੇ ਜ਼ੁਬਾਨ ਦਿੱਤੀ ਸੀ। ਇਹ ਵੱਖਰੀ ਗੱਲ ਸੀ ਕਿ ਉਸ ਨੂੰ ਗੰਗੂ ਦੇ ਭੈੜੇ ਇਰਾਦਿਆਂ ਦਾ ਪਤਾ ਨਹੀਂ ਸੀ, ਇਸ ਲਈ ਇਨਕਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਜਾ ਕੇ ਗੰਗੂ ਪਹਿਲਵਾਨ ਦਾ ਮੂੰਹ ਤੋੜ ਦੇਵਾਂ ਤੇ ਉਸ ਦਾ ਹੰਕਾਰ ਮਿੱਟੀ ਵਿੱਚ ਮਿਲਾ ਦੇਵਾਂ, ਪਰ ਮੈਂ ਬੇਵੱਸ ਸੀ। ਮੈਂ ਡਰੀ ਹੋਈ ਸੀ ਅਤੇ ਆਪਣੇ ਭਰਾ ਨਾਲ ਲੱਗ ਕੇ ਰੋ ਰਹੀ ਸੀ। ਭਰਾ ਮੇਰੇ ਸਾਹਮਣੇ ਸਿਰ ਝੁਕਾ ਕੇ ਬੈਠਾ ਸੀ। ਮੈਨੂੰ ਪਤਾ ਸੀ ਕਿ ਉਸ ਲਈ ਮੇਰੇ ਨਾਲ ਅੱਖਾਂ ਮਿਲਾਉਣਾ ਕਿੰਨਾ ਔਖਾ ਸੀ। ਮੈਂ ਉਸ ਦੀ ਪਿਆਰੀ ਭੈਣ ਸੀ। ਮੈਂ ਆਪਣੇ ਭਰਾ ਦਾ ਹੱਥ ਫੜ ਕੇ ਕੋਲ ਬੈਠ ਗਈ ਅਤੇ ਬੜੀ ਮੁਸ਼ਕਲ ਨਾਲ ਹਿੰਮਤ ਜੁਟਾ ਕੇ ਪਿਆਰ ਨਾਲ ਕਿਹਾ, ਭਾਈ, ਮੈਨੂੰ ਤੁਹਾਡੀ ਇੱਜ਼ਤ ਤੋਂ ਵੱਧ ਕੁਝ ਨਹੀਂ ਚਾਹੀਦਾ। ਤੂੰ ਮੈਨੂੰ ਪਾਲਿਆ ਹੈ, ਅੱਜ ਤੱਕ ਮੇਰੀ ਹਰ ਇੱਛਾ ਪੂਰੀ ਕੀਤੀ ਹੈ, ਕਦੇ ਮੈਨੂੰ ਕਿਸੇ ਚੀਜ਼ ਤੋਂ ਇਨਕਾਰ ਨਹੀਂ ਕੀਤਾ, ਫਿਰ ਮੈਂ ਹੁਣ ਇਨਕਾਰ ਕਿਵੇਂ ਕਰਾਂ? ਮੈਂ ਜਾਣਦੀ ਹਾਂ ਕਿ ਤੁਸੀਂ ਵੀ ਅੱਜ ਮਜਬੂਰ ਹੋ, ਪਰ ਫਿਰ ਵੀ ਤੁਸੀਂ ਮੇਰੇ ਨਾਲ ਕੋਈ ਧੱਕਾ ਨਹੀਂ ਕੀਤਾ, ਇਸ ਲਈ ਮੈਂ ਵੀ ਤੁਹਾਡੀ ਇੱਜ਼ਤ ਨੂੰ ਨਿਲਾਮ ਨਹੀਂ ਹੋਣ ਦੇਵਾਂਗੀ। ਤੁਸੀਂ ਗੰਗੂ ਪਹਿਲਵਾਨ ਨੂੰ ਕਹਿ ਦਿਓ ਕਿ ਉਹ ਬਰਾਤ ਲੈ ਕੇ ਆ ਜਾਣ, ਮੈਂ ਵਿਆਹ ਲਈ ਤਿਆਰ ਹਾਂ। ਇਹ ਕਹਿ ਕੇ ਮੈਂ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ। ਮੈਂ ਸਾਰੀ ਰਾਤ ਇਹ ਸੋਚਦਿਆਂ ਰੋਂਦੀ ਰਹੀ ਕਿ ਮੇਰੀ ਹਾਲਤ ਕਿੰਨੀ ਮਾੜੀ ਹੈ। ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਗੰਗੂ ਪਹਿਲਵਾਨ ਵਰਗੇ ਮੋਟੇ, ਬਦਸੂਰਤ ਅਤੇ ਘਟੀਆ ਵਿਅਕਤੀ ਨਾਲ ਵਿਆਹ ਹੋ ਜਾਵੇਗਾ, ਜੋ ਔਰਤ ਦੀ ਇੱਜ਼ਤ ਕਰਨਾ ਨਹੀਂ ਜਾਣਦਾ। ਉਹ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਕਿਵੇਂ ਕਰ ਸਕਦਾ ਹੈ? ਮੇਰਾ ਵੱਸ ਚੱਲਦਾ ਤਾਂ ਮੈਂ ਜਾ ਕੇ ਉਸ ਨੂੰ ਰੋਕ ਦਿੰਦੀ, ਪਰ ਮੈਂ ਕੀ ਕਰ ਸਕਦੀ ਸੀ? ਮੈਂ ਅਜੇ ਹੋਰ ਪੜ੍ਹਨਾ ਚਾਹੁੰਦੀ ਸੀ ਤੇ ਫਿਰ ਵਿਆਹ ਲਈ ਮੇਰੇ ਕਿੰਨੇ ਸੁਪਨੇ ਸਨ ਤੇ ਮੇਰੀਆਂ ਵੱਡੀਆਂ ਭੈਣਾਂ ਦੀ ਕੀ ਗਲਤੀ ਸੀ? ਉਹਨਾਂ ਨੂੰ ਕਿਸ ਗੱਲ ਦੀ ਸਜ਼ਾ ਮਿਲ ਰਹੀ ਸੀ? ਮੈਂ ਸਭ ਸੋਚ ਕੇ ਪਾਗਲ ਹੋ ਰਹੀ ਸੀ। ਇਨ੍ਹਾਂ ਵਿਚਾਰਾਂ ਕਾਰਨ ਮੈਨੂੰ ਨੀਂਦ ਨਹੀਂ ਆ ਰਹੀ ਸੀ ਅਤੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਨੀਂਦ ਆ ਗਈ। ਸਵੇਰ ਦਾ ਸੂਰਜ ਮੇਰੇ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਸੀ। ਜਦੋਂ ਮੈਂ ਜਾਗੀ ਤਾਂ ਮੇਰੀ ਭੈਣ ਨੇ ਮੈਨੂੰ ਕਿਹਾ, ਅੱਜ ਸ਼ਾਮ ਨੂੰ ਤੇਰਾ ਵਿਆਹ ਹੋਵੇਗਾ ਅਤੇ ਉਸ ਤੋਂ ਤੁਰੰਤ ਬਾਅਦ ਤੇਰੀ ਵਿਦਾਈ ਹੋਵੇਗੀ। ਮੈਂ ਜਾਣਦੀ ਸੀ ਕਿ ਮੇਰੀ ਕਿਸਮਤ ਡੁੱਬਣ ਵਾਲੀ ਹੈ, ਪਰ ਮੈਨੂੰ ਨਹੀਂ ਪਤਾ ਸੀ ਇਹ ਕਿੰਨੀ ਜਲਦੀ ਡੁੱਬ ਜਾਵੇਗੀ। ਖੈਰ, ਮੈਂ ਮਰਨਾ ਹੀ ਸੀ, ਤਾਂ ਕਿ ਜਲਦੀ ਤੇ ਕੀ ਦੇਰ ਨਾਲ। ਮੈਂ ਮੰਜੇ ਤੋਂ ਉੱਠੀ, ਕਮਰੇ ਤੋਂ ਬਾਹਰ ਗਈ ਅਤੇ ਆਪਣੇ ਹੱਥ ਅਤੇ ਮੂੰਹ ਧੋਤੇ। ਅੱਜ ਨਾਸ਼ਤਾ ਕਰਨ ਦੀ ਬਜਾਏ ਮੈਨੂੰ ਲੱਗਾ ਜਿਵੇਂ ਕੋਈ ਮੈਨੂੰ ਜ਼ਹਿਰ ਖਵਾ ਦੇਵੇ। ਮੈਂ ਨਾਸ਼ਤਾ ਕਰਕੇ ਖੜੀ ਹੀ ਸੀ ਕਿ ਦਰਵਾਜ਼ੇ 'ਤੇ ਦਸਤਕ ਹੋਈ। ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਕੁਝ ਲੋਕ ਸਮਾਨ ਲੈ ਕੇ ਖੜੇ ਸਨ। ਸ਼ਾਇਦ ਗੰਗੂ ਪਹਿਲਵਾਨ ਨੇ ਉਹਨਾਂ ਨੂੰ ਭੇਜਿਆ ਸੀ। ਮੇਰੇ ਲਈ ਬਹੁਤ ਸਾਰੇ ਕੱਪੜੇ, ਜੁੱਤੀਆਂ, ਮੇਕਅਪ ਦਾ ਸਮਾਨ ਸੀ। ਮੈਂ ਦੁਖੀ ਦਿਲ ਨਾਲ ਸਭ ਕੁਝ ਦੇਖਿਆ ਅਤੇ ਅੰਦਰ ਆ ਗਈ। ਮੇਰੀ ਭੈਣ ਵੀ ਦੁਖੀ ਹੋ ਕੇ ਉਹ ਸਾਰਾ ਸਮਾਨ ਲੈ ਕੇ ਮੇਰੇ ਕਮਰੇ ਵਿੱਚ ਆਈ
ਅਤੇ ਸਾਰਾ ਸਮਾਨ ਸਾਹਮਣੇ ਪਏ ਮੰਜੇ ਤੇ ਸੁੱਟ ਦਿੱਤਾ ਅਤੇ ਉੱਚੀ ਉੱਚੀ ਰੋਣ ਲੱਗ ਪਈ। ਉਸਨੇ ਕਿਹਾ, ਇਸ ਘਟੀਆ ਵਿਅਕਤੀ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਤੁਹਾਡਾ ਨਾਂ ਲੈਂਦਿਆਂ। ਉਸਨੇ ਕਿਹਾ ਕਿ ਉਸ ਦੀ ਧੀ ਦਾ ਵਿਆਹ ਵੀ ਅਜਿਹੇ ਬੇਰਹਿਮ ਵਿਅਕਤੀ ਨਾਲ ਹੋ ਜਾਵੇ। ਮੈਂ ਕੋਈ ਜਵਾਬ ਨਾ ਦਿੱਤਾ ਤੇ ਇਸ਼ਨਾਨ ਕਰਨ ਚਲੀ ਗਈ। ਜਿਵੇਂ ਹੀ ਮੈਂ ਇਸ਼ਨਾਨ ਕਰਕੇ ਵਾਪਸ ਆਈ ਤਾਂ ਸਾਹਮਣੇ ਮੇਰਾ ਭਰਾ ਖੜਾ ਸੀ। ਉਹ ਬਹੁਤ ਹੀ ਸ਼ਰਮਿੰਦਾ ਸੀ, ਮੇਰੇ ਨਾਲ ਅੱਖਾਂ ਵੀ ਨਹੀਂ ਮਿਲਾ ਸਕਦਾ ਸੀ। ਮੈਂ ਆਪਣੇ ਭਰਾ ਕੋਲ ਆਈ ਅਤੇ ਕਿਹਾ, ਸ਼ਰਮਿੰਦਾ ਨਾ ਹੋ, ਮੈਂ ਤੁਹਾਡਾ ਕਦੇ ਵੀ ਸਿਰ ਝੁਕਣ ਨਹੀਂ ਦੇਵਾਂਗੀ। ਉਸ ਗੰਗੂ ਪਹਿਲਵਾਨ ਨੂੰ ਆਪਣੀ ਕੁਸ਼ਤੀ ਤੇ ਬਹੁਤ ਮਾਣ ਹੈ। ਉਹ ਮਾਣ ਨਾਲ ਨਾਬਾਲਿਗ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ। ਦੇਖਿਓ, ਇੱਕ ਦਿਨ ਉੱਪਰ ਵਾਲਾ ਉਸ ਨੂੰ ਜ਼ਰੂਰ ਤਬਾਹ ਕਰ ਦੇਵੇਗਾ। ਉਹ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਨਹੀਂ ਕਰ ਸਕਦਾ। ਭਰਾ ਨੇ ਕਿਹਾ, ਪਰ ਤੇਰੀ ਜਾਨ ਦਾਅ 'ਤੇ ਹੈ, ਤੇਰਾ ਕੀ ਕਸੂਰ? ਮੈਂ ਆਪਣੇ ਭਰਾ ਨੂੰ ਦਿਲਾਸਾ ਦਿੱਤਾ। ਮੇਰੀ ਤਸੱਲੀ ਤੋਂ ਭਰਾ ਨੂੰ ਕੁਝ ਹੌਸਲਾ ਮਿਲਿਆ। ਸ਼ਾਮ ਦਾ ਵੇਲਾ ਸੀ, ਮੈਨੂੰ ਦੁਲਹਨ ਬਣਾਇਆ ਗਿਆ। ਮੈਂ ਦੁਲਹਨ ਬਣ ਗਈ ਸੀ, ਪਰ ਮੇਰਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਮੈਂ ਗੰਗੂ ਪਹਿਲਵਾਨ ਦੀ ਦੁਲਹਨ ਬਣ ਰਹੀ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇੱਕ ਦਿਨ ਵਿੱਚ ਮੇਰੀ ਕਿਸਮਤ ਕਿਵੇਂ ਬਦਲ ਜਾਵੇਗੀ। ਇਹ ਸਭ ਕੁਝ ਅਚਾਨਕ ਹੀ ਹੋ ਜਾਵੇਗਾ। ਮੇਰੇ ਹੰਝੂ ਨਹੀਂ ਰੁਕ ਰਹੇ ਸਨ। ਵਿਆਹ ਦੀ ਬਰਾਤ ਵੀ ਆ ਗਈ ਸੀ ਤੇ ਮੈਂ ਵਿਦਾਈ ਲੈ ਕੇ ਗੰਗੂ ਪਹਿਲਵਾਨ ਦੇ ਘਰ ਆ ਗਈ। ਉਸ ਵਿਅਕਤੀ ਦੇ ਪਰਿਵਾਰਕ ਮੈਂਬਰ ਮੈਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਦੀਆਂ 7 ਪਤਨੀਆਂ ਸੰਪੂਰਨ ਸਰੀਰਾਂ ਦੀਆਂ ਮਾਲਕ ਸਨ। ਉਹਨਾਂ ਦੀ ਸਿਹਤ ਵੀ ਬਹੁਤ ਵਧੀਆ ਸੀ। ਉਸ ਸਮੇਂ ਮੈਂ ਬਹੁਤ ਨਾਜ਼ੁਕ ਸਰੀਰ ਦੀ ਸੀ। ਉਸ ਦੀ ਧੀ ਵੀ ਮੈਨੂੰ ਦੇਖ ਕੇ ਗੁੱਸੇ ਨਾਲ ਮੂੰਹ ਫੇਰ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਗੰਗੂ ਪਹਿਲਵਾਨ ਨੇ ਉਸ ਨੂੰ ਬੁਲਾਇਆ ਅਤੇ ਕਿਹਾ ਕਿ ਇੱਥੇ ਆਓ ਅਤੇ ਆਪਣੀ ਨਵੀਂ ਮਾਂ ਨੂੰ ਮਿਲੋ। ਉੱਚੀ ਆਵਾਜ਼ ਕਰਨੋਂ ਨਾਰਾਜ਼ ਹੋ ਕੇ ਮੇਰੇ ਨੇੜੇ ਆ ਕੇ ਬੈਠ ਗਈ ਅਤੇ ਕੁਝ ਦੇਰ ਬਾਅਦ ਗੰਗੂ ਮੈਨੂੰ ਆਪਣੇ ਕਮਰੇ ਵਿੱਚ ਲੈ ਆਇਆ। ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰਾ ਦਿਲ ਮੁੱਠੀ ਵਿੱਚ ਫੜ ਲਿਆ ਹੋਵੇ। ਜਿਵੇਂ ਉਸਨੇ ਮੇਰੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ, ਮੈਨੂੰ ਲੱਗਾ ਕਿ ਮੇਰਾ ਸਾਹ ਰੁਕ ਗਿਆ ਹੈ। ਉਹ ਮੇਰੇ ਕੋਲ ਆ ਕੇ ਮੇਰੇ ਸਾਹਮਣੇ ਮੰਜੇ 'ਤੇ ਬੈਠ ਗਿਆ। ਮੈਨੂੰ ਉਸ ਵਿਅਕਤੀ ਦੀ ਸ਼ਕਲ ਬਹੁਤ ਘਿਨੌਣੀ ਲੱਗ ਰਹੀ ਸੀ। ਮੈਂ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ। ਉਹ ਮੇਰੀ ਤਾਰੀਫ ਕਰਦਾ ਰਿਹਾ ਅਤੇ ਮੇਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦਾ ਰਿਹਾ, ਪਰ ਮੈਨੂੰ ਉਸ ਨਾਲ ਨਫ਼ਰਤ ਸੀ। ਹੌਲੀ ਹੌਲੀ ਉਹ ਮੇਰੇ ਨੇੜੇ ਆ ਰਿਹਾ ਸੀ। ਮੈਂ ਦੁਖੀ ਦਿਲ ਨਾਲ ਅੱਖਾਂ ਬੰਦ ਕਰ ਲਈਆਂ। ਮੈਂ ਕੱਲ੍ਹ ਤੋਂ ਰੋ ਰਹੀ ਸੀ ਅਤੇ ਰੋਂਦੇ ਹੋਏ ਮੇਰੀ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ। ਇਸ ਸਮੇਂ ਵੀ 2 ਹੰਝੂ ਮੇਰੀਆਂ ਗੱਲਾਂ ਤੋਂ ਫਿਸਲ ਗਏ ਸਨ, ਜਿਨ੍ਹਾਂ ਨੂੰ ਮੈਂ ਬੇਰਹਿਮੀ ਨਾਲ ਪੂੰਝ ਦਿੱਤਾ। ਉਹ ਮੇਰੇ ਬਹੁਤ ਨੇੜੇ ਆ ਗਿਆ ਸੀ। ਉਸ ਦੇ ਸਰੀਰ ਵਿੱਚੋਂ ਨਿਕਲਦੀ ਬਦਬੂ ਮੇਰੇ ਨੱਕ ਵਿੱਚ ਵੱਜਣ ਲੱਗੀ। ਮੇਰੀ ਇਹ ਰਾਤ ਕਿਸੇ ਨਰਕ ਤੋਂ ਘੱਟ ਨਹੀਂ ਸੀ, ਕਿਉਂਕਿ ਮੈਂ ਉਸ ਵਿਅਕਤੀ ਨਾਲ ਨਫ਼ਰਤ ਕਰਦੀ ਸੀ। ਉਸਨੇ ਮੈਨੂੰ ਇੱਕ ਨਾਜ਼ੁਕ ਗੁੱਡੀ ਵਾਂਗ ਆਪਣੀਆਂ ਮੋਟੀਆਂ ਬਾਹਾਂ ਵਿੱਚ ਫੜ ਲਿਆ ਅਤੇ ਮੇਰੇ ਮੂੰਹ ਵਿੱਚੋਂ ਇੱਕ ਚੀਖ ਨਿਕਲ ਗਈ ਸੀ। ਉਹ ਪੂਰੀ ਤਰ੍ਹਾਂ ਨਾਲ ਮੇਰੇ ਪਿਆਰ ਵਿੱਚ ਡੁੱਬ ਗਿਆ ਸੀ, ਪਰ ਮੈਂ ਉਸ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ ਸੀ। ਉਹ ਹਰ ਰੋਜ਼ ਮੇਰੇ ਲਈ ਨਵੇਂ ਕੱਪੜੇ ਲੈ ਕੇ ਆਉਂਦਾ, ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਆਉਂਦਾ, ਪਰ ਮੈਂ ਉਸ ਦੇ ਲਿਆਂਦੇ ਕੱਪੜੇ ਨਹੀਂ ਪਾਉਂਦੀ ਸੀ। ਮੈਂ ਸਾਦੇ ਕੱਪੜੇ ਪਾ ਕੇ ਸਾਦੀ ਜ਼ਿੰਦਗੀ ਜਿਉਂਦੀ। ਮੇਰੇ ਵਿਆਹ ਨੂੰ 1 ਮਹੀਨਾ ਬੀਤ ਗਿਆ ਸੀ, ਪਰ ਅੱਜ ਤੱਕ ਮੈਂ ਉਸ ਵਿਅਕਤੀ ਵੱਲ ਤੱਕਿਆ ਵੀ ਨਹੀਂ ਸੀ। ਉਸ ਨਾਲ ਗੱਲ ਵੀ ਨਹੀਂ ਕੀਤੀ। ਮੈਂ ਇੱਕ ਸ਼ਬਦ ਵੀ ਨਹੀਂ ਬੋਲਦੀ ਸੀ। ਉਹ ਸ਼ਾਇਦ ਸੋਚਦਾ ਸੀ ਕਿ ਉਸ ਦੀ ਦੌਲਤ, ਪਿਆਰ ਅਤੇ ਮਹਿੰਗੇ ਕੱਪੜੇ ਅਤੇ ਗਹਿਣੇ ਮੈਨੂੰ ਉਸ ਨੂੰ ਪਿਆਰ ਕਰਨ ਲਈ ਮਜਬੂਰ ਕਰਨਗੇ, ਪਰ ਇਹ ਉਸ ਵਿਅਕਤੀ ਦੀ ਗਲਤਫਹਿਮੀ ਸੀ। ਉਹ ਮੇਰੇ ਨਾਲ ਗੱਲ ਕਰਦਾ ਸੀ, ਪਰ ਮੈਂ ਅੱਜ ਤੱਕ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ। ਮੈਂ ਚੁੱਪਚਾਪ ਉਸ ਦਾ ਸਾਰਾ ਕੰਮ ਕਰਦੀ ਰਹੀ, ਪਰ ਉਸ ਨਾਲ ਗੱਲ ਨਾ ਕੀਤੀ। ਉਸ ਵੱਲ ਤੱਕਿਆ ਵੀ ਨਹੀਂ। ਉਹ 42 ਸਾਲ ਦਾ ਤਕੜਾ ਪਹਿਲਵਾਨ ਮੇਰੇ ਮੂੰਹੋਂ ਆਪਣੀ ਸਿਫਤ ਸੁਣਨਾ ਚਾਹੁੰਦਾ ਸੀ। ਉਹ ਆਪਣੇ ਆਪ ਨੂੰ ਮੇਰੀਆਂ ਅੱਖਾਂ ਵਿੱਚ ਵੇਖਣਾ ਚਾਹੁੰਦਾ ਸੀ, ਮੇਰੇ ਮੂੰਹੋਂ ਆਪਣੇ ਲਈ ਪਿਆਰ ਦਾ ਇਜ਼ਹਾਰ ਸੁਣਨਾ ਚਾਹੁੰਦਾ ਸੀ, ਪਰ ਮੇਰੀ ਚੁੱਪ ਨੇ ਉਸ ਨੂੰ ਉਦਾਸ ਕਰ ਦਿੱਤਾ ਸੀ। ਜਿਸ ਤਰ੍ਹਾਂ ਇੱਕ ਔਰਤ ਪਿਆਰ ਦੇ ਇਜ਼ਹਾਰ ਨੂੰ ਸੁਣਨ ਦੀ ਉਡੀਕ ਕਰਦੀ ਹੈ, ਉਸੇ ਤਰ੍ਹਾਂ ਇੱਕ ਮਰਦ ਵੀ ਕਰਦਾ ਹੈ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਕਾਲੇ ਪਹਿਲਵਾਨ ਦਾ ਸਾਹਮਣਾ ਗੰਗੂ ਪਹਿਲਵਾਨ ਨਾਲ ਹੋਵੇਗਾ, ਜੋ ਗੰਗੂ ਪਹਿਲਵਾਨ ਤੋਂ ਉਮਰ ਵਿੱਚ ਵੱਡਾ ਸੀ ਅਤੇ ਬਦਲੇ ਵਿੱਚ ਹਾਰਨ ਵਾਲਾ ਆਪਣੀ ਧੀ ਦਾ ਹੱਥ ਦੂਜੇ ਦੇ ਹੱਥ ਵਿੱਚ ਦੇਵੇਗਾ। ਪਤਾ ਨਹੀਂ ਕਿਉਂ ਉਸ ਦਿਨ ਮੇਰੇ ਦਿਲ ਵਿੱਚੋਂ ਵੀ ਬਦੁਆ ਨਿਕਲੀ ਕਿ ਹੈ ਪਰਮਾਤਮਾ, ਉਸਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ। ਅੱਜ ਉਸ ਨੂੰ ਇਹ ਸਬਕ ਸਿਖਾ ਦਿਓ ਕਿ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰਨ ਵਾਲਾ ਵਿਅਕਤੀ ਆਪਣੀ ਜ਼ਿੰਦਗੀ 'ਚ ਕਦੇ ਵੀ ਖੁਸ਼ ਨਹੀਂ ਰਹਿ ਸਕਦਾ। ਅਤੇ ਉਦੋਂ ਮੇਰਾ ਦਿਲ ਖੁਸ਼ੀ ਨਾਲ ਭਰ ਗਿਆ ਸੀ।
ਜਦੋਂ ਕਾਲੇ ਪਹਿਲਵਾਨ ਤੋਂ ਮੈਚ ਹਾਰ ਗਿਆ। ਅਜਿਹਾ ਕੀ ਹੋਇਆ? ਗੰਗੂ ਪਹਿਲਵਾਨ ਉਸ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਹਾਰ ਗਿਆ। ਉਸ ਆਦਮੀ ਨੇ ਕਿਹਾ ਉਹ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਰਵਾ ਦੇਵੇ। ਕਾਲੇ ਪਹਿਲਵਾਨ ਨੇ ਕਿਹਾ ਮੈਨੂੰ ਪਤਾ ਹੈ ਕਿ ਤੂੰ ਆਪਣੇ ਸ਼ਬਦਾਂ ਤੋਂ ਪਿੱਛੇ ਨਹੀਂ ਹਟੇਗਾ, ਕਿਉਂਕਿ ਤੁਸੀਂ ਆਪਣੀ ਜ਼ੁਬਾਨ ਦੇ ਪੱਕੇ ਹੋ। ਹੁਣ ਮੇਰੀ ਵਾਰੀ ਸੀ। ਗੰਗੂ ਪਹਿਲਵਾਨ ਦੀ ਹਾਰ ਦਾ ਜਸ਼ਨ ਮਨਾਉਣ ਦੀ। ਇਹ ਇਸ ਤਰ੍ਹਾਂ ਹੀ ਸੀ ਜਿਵੇਂ ਉਹ ਆਪਣੇ ਹੀ ਵਾਲ ਪੱਟ ਲਵੇਗਾ। ਹੁਣ ਉਹ ਉਸ ਵਿਅਕਤੀ ਦੇ ਸਾਹਮਣੇ ਬੇਬਸੀ ਦੇ ਹੰਝੂ ਵਹਾ ਰਿਹਾ ਸੀ, ਪਰ ਆਪਣੀਆਂ ਗੱਲਾਂ ਤੋਂ ਪਿੱਛੇ ਨਹੀਂ ਹਟ ਸਕਦਾ ਸੀ। ਜਦੋਂ ਉਸਨੇ ਘਰ ਆ ਕੇ ਖਬਰ ਦੱਸੀ ਤਾਂ ਉਸ ਦੀ ਪਤਨੀ ਅਤੇ ਧੀ ਰੋਣ ਲੱਗ ਪਏ। ਉਸਨੇ ਕਿਹਾ ਮੈਂ ਬਹੁਤ ਛੋਟੀ ਹਾਂ। ਉਹ ਆਪਣੇ ਪਿਤਾ ਦੇ ਸਾਹਮਣੇ ਭੁੱਬਾਂ ਮਾਰ ਕੇ ਰੋ ਰਹੀ ਸੀ। ਉਹ ਤਰਲੇ ਕਰ ਰਹੀ ਸੀ। ਗੰਗੂ ਪਹਿਲਵਾਨ ਦੀਆਂ ਅੱਖਾਂ ਵਿੱਚ ਵੀ ਹੰਝੂ ਵਹਿ ਰਹੇ ਸਨ। ਉਹ ਹੁਣ ਉਸ ਦਰਦ ਨੂੰ ਸਮਝਦਾ ਸੀ ਜੋ ਮੈਂ ਅਤੇ ਮੇਰੇ ਭਰਾ ਨੇ ਉਸ ਸਮੇਂ ਝੱਲਿਆ ਸੀ। ਉਹ ਵਿਅਕਤੀ ਸ਼ਾਇਦ ਹੁਣ ਪਛਤਾ ਰਿਹਾ ਸੀ। ਉਸ ਦੀ ਧੀ ਦਾ ਵਿਆਹ ਉਸ ਕਾਲੇ ਪਹਿਲਵਾਨ ਨਾਲ ਹੋ ਰਿਹਾ ਸੀ। ਗੰਗੂ ਪਹਿਲਵਾਨ ਦੀ ਧੀ ਦੀ ਵਿਦਾਇਗੀ ਸਮੇਂ ਬਹੁਤ ਰੋ ਰਹੀ ਸੀ ਤੇ ਉਸ ਦੀ ਧੀ ਨੂੰ ਰੋਂਦੀ ਦੇਖ ਕੇ ਮੇਰਾ ਦਿਲ ਵੀ ਦੁਖੀ ਹੋ ਰਿਹਾ ਸੀ। ਇਹ ਸਭ ਕੁਝ ਤਾਂ ਮੇਰੇ ਨਾਲ ਵੀ ਹੋਇਆ ਸੀ। ਅੱਜ ਰਾਤ ਗੰਗੂ ਪਹਿਲਵਾਨ ਦੀ ਧੀ ਵੀ ਉਹੀ ਦੁੱਖ ਚੱਲੇਗੀ ਜੋ ਮੈਂ ਆਪਣੀ ਵਿਆਹ ਵਾਲੀ ਰਾਤ ਚੱਲਿਆ ਸੀ। ਜਿਸ ਦਰਦ ਵਿੱਚੋਂ ਮੈਂ ਲੰਘੀ ਸੀ, ਇਹ ਸਭ ਕੁਝ ਉਸ ਨਾਲ ਵੀ ਹੋਣ ਵਾਲਾ ਸੀ। ਇਸ ਦ੍ਰਿਸ਼ ਨੂੰ ਦੇਖ ਕੇ ਮੈਂ ਬਰਦਾਸ਼ਤ ਨਾ ਕਰ ਸਕੀ। ਮੈਂ ਉੱਥੋਂ ਹਟ ਗਈ। ਉਸ ਵਿਅਕਤੀ ਨੇ ਗੰਗੂ ਪਹਿਲਵਾਨ ਨੂੰ ਦੁਬਾਰਾ ਉਸ ਦੀ ਧੀ ਨਾਲ ਮਿਲਣ ਨਹੀਂ ਦਿੱਤਾ। ਇਸ ਲਈ ਹੁਣ ਉਹ ਜ਼ਿਆਦਾਤਰ ਰੋਂਦਾ ਰਹਿੰਦਾ ਸੀ ਅਤੇ ਬਿਮਾਰ ਵੀ ਰਹਿਣ ਲੱਗ ਪਿਆ ਸੀ। ਇੱਕ ਵਾਰ ਉਹ ਮੇਰੇ ਸਾਹਮਣੇ ਹੱਥ ਜੋੜ ਕੇ ਬੋਲਿਆ ਮੈਨੂੰ ਮਾਫ਼ ਕਰ ਦੇਵੀਂ। ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ। ਮੈਂ ਤੇਰੇ 'ਤੇ ਬਹੁਤ ਜ਼ੁਲਮ ਕੀਤਾ ਹੈ। ਮੈਂ ਸਿਰਫ ਤੁਹਾਡੇ ਵੱਲ ਦੇਖਿਆ ਅਤੇ ਤੁਹਾਡੇ ਨਾਲ ਪਿਆਰ ਹੋ ਗਿਆ। ਇਹ ਨਹੀਂ ਸੋਚਿਆ ਕਿ ਤੁਹਾਡੀਆਂ ਇੱਛਾਵਾਂ ਅਤੇ ਪਸੰਦ ਵੀ ਮਾਇਨੇ ਰੱਖਦੀਆਂ ਹਨ। ਮੈਂ ਤੁਹਾਡੀਆਂ ਅੱਖਾਂ ਵਿੱਚ ਹਮੇਸ਼ਾ ਆਪਣੇ ਲਈ ਨਫ਼ਰਤ ਦੇਖੀ ਹੈ। ਮੈਂ ਸੋਚਿਆ ਸੀ ਕਿ ਤੁਹਾਨੂੰ ਮੇਰੀ ਦੌਲਤ ਅਤੇ ਮੇਰਾ ਪਿਆਰ ਬਦਲ ਦੇਵੇਗਾ, ਪਰ ਨਹੀਂ। ਤੁਹਾਡੀ ਨਫ਼ਰਤ ਅਤੇ ਚੁੱਪ ਨਹੀਂ ਟੁੱਟੀ ਅਤੇ ਅਜਿਹੀਆਂ ਔਰਤਾਂ ਨਾਲ ਜ਼ਿੰਦਗੀ ਜਿਉਣਾ ਬਹੁਤ ਮੁਸ਼ਕਿਲ ਹੈ ਜੋ ਤੁਹਾਨੂੰ ਬਦਲੇ ਵਿੱਚ ਪਿਆਰ ਨਹੀਂ ਦਿੰਦੀ। ਮੈਂ ਦੁੱਖ ਭਰੀ ਜ਼ਿੰਦਗੀ ਜੀ ਰਿਹਾ ਹਾਂ। ਤੇਰੇ ਹੰਝੂਆਂ ਨੇ ਮੇਰਾ ਹੌਸਲਾ ਗਵਾ ਦਿੱਤਾ ਹੈ ਅਤੇ ਮੇਰੀ ਧੀ ਨਾਲ ਵੀ ਉਸ ਤਰ੍ਹਾਂ ਹੀ ਹੋਇਆ ਜਿਵੇਂ ਮੈਂ ਤੁਹਾਡੇ ਨਾਲ ਕੀਤਾ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਇਹ ਕਹਿ ਕੇ ਉਸਨੇ ਤਲਾਕ ਦੇ ਕਾਗਜ਼ ਮੇਰੇ ਸਾਹਮਣੇ ਰੱਖ ਦਿੱਤੇ। ਉਸਨੇ ਕਿਹਾ ਕਿ ਮੈਂ ਇਹ ਮੁਸੀਬਤਾਂ ਪੈਦਾ ਕੀਤੀਆਂ ਸਨ। ਤੁਸੀਂ ਵੀ ਇਸ 'ਤੇ ਦਸਤਖਤ ਕਰ ਦਿਓ ਅਤੇ ਆਜ਼ਾਦ ਹੋ ਜਾਓ। ਮੈਂ ਤੁਹਾਨੂੰ ਹੁਣ ਹੋਰ ਕੈਦ ਨਹੀਂ ਰੱਖਣਾ ਚਾਹੁੰਦਾ। ਜਿੰਨਾ ਜ਼ਿਆਦਾ ਤੁਸੀਂ ਮੇਰੇ ਨਾਲ ਇਸ ਜੇਲ੍ਹ ਵਿੱਚ ਰਹੋਗੇ ਅਤੇ ਤੜਫੋਗੇ, ਉਨਾ ਜ਼ਿਆਦਾ ਮੈਨੂੰ ਤੁਹਾਡੀ ਬਦਦੁਆ ਲੱਗੇਗੀ। ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰਦੇ ਸਮੇਂ ਮੈਨੂੰ ਇੰਝ ਲੱਗਾ ਜਿਵੇਂ ਮੈਂ ਕਿਸੇ ਜ਼ਾਲਮ ਦਰਿੰਦੇ ਦੀ ਕੈਦ ਤੋਂ ਰਿਹਾ ਹੋ ਰਹੀ ਹਾਂ। ਹੁਣ ਮੈਂ ਆਪਣੇ ਭਰਾ ਦੇ ਘਰ ਆ ਗਈ ਸੀ, ਪਰ ਗੰਗੂ ਪਹਿਲਵਾਨ ਨਾਲ ਬਿਤਾਏ ਇਹ 5 ਮਹੀਨੇ ਮੇਰੇ ਲਈ ਨਰਕ ਤੋਂ ਘੱਟ ਨਹੀਂ ਸਨ। ਮੈਂ ਇਹਨਾਂ ਦਿਨਾਂ ਨੂੰ ਭੁਲਾ ਨਹੀਂ ਸਕਦੀ ਤੇ ਰਾਤਾਂ ਨੂੰ ਚੀਕਾਂ ਮਾਰ ਕੇ ਉੱਠਦੀ ਸੀ। ਮੇਰੇ ਭਰਾ ਨੇ ਮੇਰੀ ਹਾਲਤ ਨੂੰ ਦੇਖ ਕੇ ਮੈਨੂੰ ਸ਼ਹਿਰ ਪੜ੍ਹਨ ਲਈ ਭੇਜ ਦਿੱਤਾ। ਹੁਣ ਸ਼ਹਿਰ ਆ ਕੇ ਮੇਰੀ ਹਾਲਤ ਵਿੱਚ ਸੁਧਾਰ ਆ ਰਿਹਾ ਹੈ। ਮੈਂ ਆਪਣੀ ਅਤੀਤ ਨੂੰ ਭੁੱਲਣ ਲੱਗੀ ਹਾਂ। ਕਾਸ਼ ਮੇਰੇ ਜੀਵਨ ਵਿੱਚ ਕੋਈ ਇਸ ਤਰ੍ਹਾਂ ਦਾ ਜੀਵਨ ਸਾਥੀ ਆਵੇ ਜੋ ਮੇਰੀ ਰੂਹ ਦੇ ਜ਼ਖਮਾਂ ਉੱਪਰ ਮੱਲਮ ਦਾ ਕੰਮ ਕਰ ਸਕੇ। ਦੋਸਤੋ, ਤੁਹਾਨੂੰ ਕੀ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦਾ ਜੀਵਨ ਸਾਥੀ ਆਵੇਗਾ? ਜੋ ਕੁਝ ਮੇਰੇ ਨਾਲ ਹੋਇਆ ਉਸ ਵਿੱਚ ਮੇਰੀ ਗਲਤੀ ਸੀ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।